ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਮੈਂ ਤੁਹਾਡਾ ਇੰਟਰੋਡਕਸ਼ਨ ਅੱਜ ਭਾਈ ਸਾਹਿਬ ਭਾਈ ਹਰਬੰਸ ਸਿੰਘ ਹੈਡ ਗ੍ਰੰਥੀ ਛਠੀ ਪਾਤਸ਼ਾਹੀ ਰੈਨਾਵਾਰੀ ਸ਼੍ਰੀਨਗਰ ਜਿਨ੍ਹਾਂ ਦਾ ਮੈਂ ਧੰਨਵਾਦ ਕਰਦਾ। ਉਹਨਾਂ ਨੇ ਅੱਜ ਗੁਰਬਾਣੀ ਕੀਰਤਨ ਫੈਨਸ 'ਤੇ ਇੱਥੇ ਸਾਨੂੰ ਟਾਈਮ ਕੱਢਿਆ ਹੈ, ਸਾਡੇ ਕੋਲ ਇੱਥੇ ਆਏ ਹਨ। ਤਾਂ ਮੈਂ ਸਭ ਤੋਂ ਪਹਿਲੇ ਭਾਈ ਸਾਹਿਬ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਜਿੱਦਾਂ ਕਿ ਤੁਸੀਂ ਜਾਣਦੇ ਹੋ, ਮੈਂ ਭਾਈ ਸਾਹਿਬ ਕੋਲੋਂ ਭਾਈ ਸਾਹਿਬ ਜੀ ਤੁਹਾਡਾ ਇੰਟਰੋਡਕਸ਼ਨ ਤੁਹਾਨੂੰ ਆਪੇ ਹੀ ਦੱਸਣਗੇ। ਸਭ ਤੋਂ ਪਹਿਲੇ ਮੈਂ ਭਾਈ ਸਾਹਿਬ ਜੀ ਨੂੰ ਹੁਣ ਮੈਂ ਭਾਈ ਸਾਹਿਬ ਜੀ ਕੋਲ ਮਾਈਕ ਦੇ ਰਿਹਾ ਹਾਂ। ਸਭ ਤੋਂ ਪਹਿਲਾ ਕੁਐਸਚਨ ਭਾਈ ਸਾਹਿਬ ਜੀ ਦਾ, ਸਭ ਤੋਂ ਬੇਸਿਕ ਤੋਂ ਲੈ ਕੇ ਪੂਰਾ ਜੀਵਨ ਭਾਈ ਸਾਹਿਬ ਜੀ ਦਾ ਕਿੱਥੇ ਸ਼ੁਰੂ ਹੋਏ, ਕਿੱਥੇ ਭਾਈ ਸਾਹਿਬ ਜੀ ਨੇ ਕੀ ਕੀਤਾ, ਫਿਰ ਭਾਈ ਸਾਹਿਬ ਜੀ ਨੇ ਉਹਨਾਂ ਦਾ ਕੰਮ ਕਿੱਥੇ ਕਿੱਥੇ ਹੋਇਆ, ਸੀਕੁਐਂਸ ਵਾਈਜ਼ ਮੈਂ ਤੁਹਾਨੂੰ ਸਭ ਕੁਝ ਦੱਸਾਂਗਾ। ਸਭ ਤੋਂ ਪਹਿਲੇ ਆਪਣਾ ਬਰਥ ਪਲੇਸ ਬਾਰੇ, ਤੁਹਾਡਾ ਜਨਮ, ਤੁਹਾਡੇ ਮਾਤਾ ਜੀ ਪਿਤਾ ਜੀ ਦਾ ਨਾਂ ਸਾਧ ਸੰਗਤ ਜੀ ਨੂੰ ਦੱਸੋਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਗੁਰਬਾਣੀ ਕੀਰਤਨ ਫੈਨਸ ਚੈਨਲ ਦਾ, ਜਿਨ੍ਹਾਂ ਨੇ ਆਪਣੇ ਚੈਨਲ ਦੇ ਆਸਰੇ ਸਾਨੂੰ ਸਾਧ ਸੰਗਤ ਦਰਸ਼ਨ ਕਰਨ ਦਾ ਅਵਸਰ ਬਖਸ਼ਿਆ ਹੈ। ਸਾਡਾ ਜਨਮ ਪਿੰਡ ਜਲਡੂਰਾ, ਡਿਸਟ੍ਰਿਕਟ ਅਨੰਤਨਾਗ, ਉੱਨੀ 1963 ਵਿੱਚ ਹੋਇਆ। ਮੇਰੇ ਪਿਤਾ ਸ਼੍ਰੀ ਦਾ ਨਾਮ ਸਰਦਾਰ ਤੀਰਥ ਸਿੰਘ ਡਰਾਈਵਰ ਅਤੇ ਮਾਤਾ ਬੀਬੀ ਕੁਲਵੰਤ ਕੌਰ ਜੀ ਹੈ ਸੀ। ਭਾਈ ਸਾਹਿਬ ਜੀ, ਤੁਹਾਡੀ ਬਰਥ ਪਲੇਸ ਬਾਰੇ ਹੋ ਗਿਆ। ਸਾਧ ਸੰਗਤ ਜੀ ਨੂੰ ਤੁਹਾਡੀ ਬਰਥ ਦੇ ਬਾਰੇ, ਤੁਹਾਡੇ ਪਿਤਾ ਜੀ ਦੇ ਮਾਤਾ ਜੀ ਦਾ ਨਾਂ ਉਹਨਾਂ ਨੂੰ ਪਤਾ ਚੱਲ ਗਿਆ। ਭਾਈ ਸਾਹਿਬ ਜੀ, ਤੁਹਾਡੀ ਐਜੂਕੇਸ਼ਨ ਕਿੱਥੇ ਸਟਾਰਟ ਹੋਈ, ਫਿਰ ਕਿੱਥੇ ਜਾ ਕੇ ਖ਼ਤਮ ਹੋਈ, ਉਹ ਸਾਨੂੰ ਸਾਧ ਸੰਗਤ ਜੀ ਨੂੰ ਵੀ ਪਤਾ ਚੱਲੇ। ਸਾਡੀ ਐਜੂਕੇਸ਼ਨ ਜਲਡੂਰਾ ਪਿੰਡ ਵਿੱਚ ਪ੍ਰਾਇਮਰੀ ਸਕੂਲ ਵਿੱਚ ਹੋਈ ਜੀ। 5 ਕਲਾਸਾਂ ਉੱਥੋਂ ਪਾਸ ਕੀਤੀਆਂ ਜੀ। ਫਿਰ ਨਾਲ ਹੀ ਸਾਡਾ 2 ਕਿਲੋਮੀਟਰ 'ਤੇ ਇੱਕ ਛੋਟਾ ਜਿਹਾ ਪਿੰਡ ਹੈ, ਪਿੰਡ ਚੱਕਪਤ, ਉੱਥੇ ਅਸੀਂ ਮਿਡਲ ਕਲਾਸ ਪਾਸ ਕੀਤਾ। ਅਤੇ ਫਿਰ ਹਾਈ ਸਕੂਲ ਜੋ ਸਾਡੇ ਤੋਂ 3-4 ਕਿਲੋਮੀਟਰ ਹੈ, ਕਾਬਾ ਮਰਗ, ਜੋ ਕਿ ਅੱਜ ਹਾਇਰ ਸੈਕੰਡਰੀ ਹੈ, ਉੱਥੇ ਪਹਿਲਾਂ ਹਾਈ ਸਕੂਲ ਸੀ। ਜਦੋਂ ਅਸੀਂ ਪੜ੍ਹਦੇ ਸੀ ਉੱਥੇ 10ਵੀਂ ਪਾਸ ਕੀਤਾ। ਫਿਰ ਸਾਡੇ ਤੋਂ 6-7 ਕਿਲੋਮੀਟਰ ਹੈ ਡੋਰੂ, ਜਿੱਥੇ ਅਸੀਂ ਹਾਇਰ ਸੈਕੰਡਰੀ 12ਵੀਂ ਕਲਾਸ ਯਾਨੀ 2 ਕਲਾਸਾਂ ਹੋਰ ਪੜ੍ਹੀਆਂ ਅਤੇ 12ਵੀਂ ਕਲਾਸ ਪਾਸ ਕੀਤਾ। ਇਹ ਹੈ ਸਾਡੀ ਐਜੂਕੇਸ਼ਨ। ਭਾਈ ਸਾਹਿਬ ਜੀ, 12th ਕਲਾਸ ਆਪ ਜੀ ਕਰਨ ਤੋਂ ਬਾਅਦ ਫਿਰ ਤੁਹਾਡਾ ਮਤਲਬ ਐਜੂਕੇਸ਼ਨ ਦਾ ਕੁਛ ਕੀ ਹੋਇਆ, ਫਿਰ ਤੁਸੀਂ ਕਿਹੜੇ ਪਾਸੇ ਗਏ? ਸਾਧ ਸੰਗਤ ਨੂੰ ਪਤਾ ਚੱਲੇ ਕਿਤੇ ਕੰਮ ਵਾਸਤੇ ਐਜੂਕੇਸ਼ਨ ਤੋਂ ਬਾਅਦ 12th ਕਲੀਅਰ ਕਰਨ ਤੋਂ ਬਾਅਦ ਫਿਰ ਤੁਸੀਂ ਆਪੇ ਦੁਨਿਆਵੀ ਤਾਲੀਮ, ਜਿੱਥੇ 12ਵੀਂ ਕਲਾਸ ਪਾਸ ਕੀਤੀ, ਉੱਥੇ ਗੁਰਮੁਖਾਂ ਦੇ ਮੇਲ ਨਾਲ ਗੁਰੂ ਦੀ ਬਖਸ਼ਿਸ਼ ਹੋਈ ਅਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸਿੱਖ ਮਸ਼ੀਨਰੀ ਕਾਲਜ ਦੇ ਆਸਰੇ। ਫਿਰ ਗੁਰਚਰਨਾਂ ਵਿੱਚ ਲਗਨ ਲੱਗ ਗਈ, ਬਾਣੀ ਦੀ ਵਿਚਾਰ ਵੀ ਜੀਵਨ ਵਿੱਚ ਆ ਗਈ, ਨਾਮ ਸਿਮਰਨ ਵੀ ਆ ਗਿਆ। ਅਤੇ ਸਾਡੀ ਜਿਹੜੀ ਧਾਰਮਿਕ ਵਿਦਿਆ ਹੈ ਉਹ ਸਾਡੇ ਗੁਰਪੁਰਵਾਸੀ ਦਾਦਾ ਸਰਦਾਰ ਜੀਵਨ ਸਿੰਘ ਤੋਂ ਮਿਲੀ, ਔਰ ਮਾਂ ਦੇ ਚਾਚਾ ਗੁਰਪੁਰਵਾਸੀ ਮਾਸਟਰ ਓਂਕਾਰ ਸਿੰਘ ਸਿੰਘਪੁਰਾ ਵਾਲੇ, ਉਹਨਾਂ ਤੋਂ ਮਿਲੀ। ਅਤੇ ਅਸੀਂ ਵਿਚਾਰ ਗੁਰਬਾਣੀ ਦੇ ਜੀਵਨ ਵਿੱਚ ਕਮਾਉਂਦੇ ਗਏ ਔਰ ਸੰਗਤਾਂ ਨੂੰ ਵੀ ਦੱਸਦੇ ਗਏ। ਇਸ ਨਾਲ ਸਾਡੀ ਧਰਮ ਦੇ ਵਿੱਚ ਰੁਚੀ ਬਣ ਗਈ। ਅਤੇ ਮਾਸਟਰ ਸਰਦਾਰ ਓਂਕਾਰ ਸਿੰਘ ਤੋਂ ਭਾਈ ਨੰਦਲਾਲ ਸਿੰਘ ਦੇ ਵਾਸਤੇ ਯਾਨੀ ਬਹੁਤ ਸ਼ਰਧਾ ਪਿਆਰ ਹੋ ਗਿਆ। ਫਿਰ ਉਸ ਫਾਰਸੀ ਵਾਸਤੇ ਮੈਂ ਪੜ੍ਹਨ ਵਾਸਤੇ, ਕਿ ਮੈਂ ਬਚਪਨ ਵਿੱਚ ਪੜ੍ਹੀ ਸੀ 6-7 ਕਲਾਸ ਵਿੱਚ, ਅਤੇ ਫਿਰ ਮੈਂ ਮਾਸਟਰ ਗੁਰਪੁਰਵਾਸੀ
ਇਸਲਾਮ ਜੋ ਲਾਰਕੀਪੁਰਾ 3.5 ਕਿਲੋਮੀਟਰ ਹੈ, ਜੀ ਉੱਥੇ ਗਿਆ ਮੈਂ। ਉਹਨਾਂ ਨੂੰ ਯੂਨੀਵਰਸਿਟੀ ਸ਼੍ਰੀਨਗਰ ਵਿੱਚ ਤੀਸਰੀ ਪੋਜੀਸ਼ਨ ਸੀ ਫਾਰਸੀ ਵਿੱਚ, ਜੀ ਅਤੇ ਉਹਨਾਂ ਕੋਲ ਮੈਂ ਫਾਰਸੀ ਭਾਈ ਨੰਦ ਲਾਲ ਸਿੰਘ ਔਰ ਗੁਰੂ ਗੋਬਿੰਦ ਸਿੰਘ ਦਾ ਜ਼ਫਰਨਾਮਾ ਜੀ ਪੜ੍ਹਿਆ, ਸਿੱਖਿਆ। ਜੀ ਅਤੇ ਉਹ ਵੀ ਸਾਡੇ ਧਰਮ ਦਾ ਜਿਹੜਾ ਭਾਈ ਨੰਦ ਲਾਲ ਸਿੰਘ ਨੇ ਜੋ ਗੰਜਨਾਮਾ, ਜ਼ਿੰਦਗੀਨਾਮਾ, ਜੋ ਕਿਤਾਬਾਂ ਲਿਖੀਆਂ ਹਨ, ਜੀ ਅਤੇ ਉਹ ਸੁਣ ਕੇ ਬਹੁਤ ਨਿਹਾਲ ਹੁੰਦੇ ਸੀ ਜੀ ਕਿ ਤੁਹਾਡੇ ਧਰਮ ਵਿੱਚ ਬੜੀ ਇਬਾਦਤ ਭਗਤੀ ਹੈ। ਜਿਸ ਤਰ੍ਹਾਂ ਦੀ ਕਿ ਮੈਂ ਪੰਗਤੀ ਪੜ੍ਹੀ, ਸਾਹਿਬ ਇਮਾਂ ਹਮਾ ਬਾਸ਼ਦ ਹਮਾ ਕੋ ਨਾ ਬਾਸ਼ਦ ਗਾਫਲ ਅਜ਼ਬ ਇੱਕ ਜ਼ਮਾਨ, ਯਾਨੀ ਉਹ ਇਮਾਨ ਦਾ ਮਾਲਕ ਹੁੰਦਾ ਹੈ ਜਿਹੜਾ ਇੱਕ ਸਵਾਸ ਵੀ ਹਰਾਮ ਨਹੀਂ ਕਰਦਾ, ਹਰ ਇੱਕ ਸਵਾਸ ਦੇ ਨਾਲ ਸਤਨਾਮ ਵਾਹਿਗੁਰੂ ਜਪਦਾ ਰਹਿੰਦਾ ਹੈ। ਕਿਉਂਕਿ ਭਾਈ ਸਾਹਿਬ ਨੇ ਬਹੁਤ ਕਮਾਲ ਦਾ ਲਿਖਿਆ ਹੈ, ਈ ਹਮਾਜ਼ ਦੌਲਤ ਈ ਬੰਦਗੀ ਅਸਤ ਜ਼ਿੰਦਗੀ ਬੇਬਿੰਦਗੀ ਸ਼ਰਮਿੰਦਗੀ ਅਸਤ, ਯਾਨੀ ਇਹ ਸਭ ਗੱਡੀਆਂ, ਰੁਤਬੇ, ਧਨ ਦੌਲਤ, ਜਾਇਦਾਦਾਂ ਜੋ ਨਿਰੰਕਾਰ ਨੇ ਦਿੱਤੀਆਂ ਹਨ, ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਸ਼ੁਕਰ ਕਰਨ ਵਾਸਤੇ ਦਿੱਤੀਆਂ ਹਨ। ਜਿਹੜਾ ਬੰਦਾ ਸ਼ੁਕਰ ਨਹੀਂ ਕਰਦਾ ਹੈ ਉਹ ਉਸਨੂੰ ਸ਼ਰਮਿੰਦਾ ਹੋਣਾ ਪਵੇਗਾ ਰੱਬ ਦਰਬਾਰ ਵਿੱਚ, ਕਿਉਂਕਿ ਬੰਦਾ ਆਇਆ ਹੀ ਸ਼ੁਕਰ ਕਰਨ ਵਾਸਤੇ, ਭਗਤੀ ਇਬਾਦਤ ਕਰਨ ਵਾਸਤੇ। ਇਸ ਤਰ੍ਹਾਂ ਦੀ ਭਗਤੀ ਭਰਪੂਰ ਲੇਖ ਜੋ ਭਾਈ ਸਾਹਿਬ ਦੇ ਸਨ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜ਼ਫਰਨਾਮੇ ਬਹੁਤ ਪ੍ਰਸੰਨ ਹੋਏ, ਅਤੇ ਉਹਨਾਂ ਨੇ ਸਾਨੂੰ ਕਿਹਾ ਕਿ ਇਸ ਧਰਮ ਨੂੰ ਅੱਗੇ ਵਧਾਉਂਦੇ ਰਹੋ, ਇਸ ਵਿੱਚ ਤੌਹੀਦ ਬੜਾ ਹੈ, ਤੌਹੀਦ ਭਗਤੀ ਇਬਾਦਤ ਹੈ। ਤਾਂ ਫਰੀਦਾਸਤ ਮਰਾ ਆ ਖੁਦਾਏ ਪਾਕ, ਮੈਨੂੰ ਉਸ ਮਾਲਕ ਨੇ ਇਸ ਵਾਸਤੇ ਪੈਦਾ ਕੀਤਾ ਹੈ ਕਿ ਜੁਜ਼ ਹਰਫ ਨਾਮੇ ਹੱਕ ਨਿਆਜ਼ ਜਿਸਮੇ ਕਾਕ, ਮੇਰੀ ਮਿੱਟੀ ਮੁੱਠ ਬਣੇ ਸਰੀਰ ਤੋਂ ਵਾਹਿਗੁਰੂ ਸਤਨਾਮ ਤੋਂ ਬਿਨਾਂ ਕੋਈ ਹੋਰ ਨਾ ਨਿਕਲੇ, ਬਾਣੀ ਤੋਂ ਬਿਨਾਂ ਹੋਰ ਕੋਈ ਨਾ ਨਿਕਲੇ। ਮੈਂ ਬਾਣੀ ਸੁਣਾ, ਅਗਰ ਪੜ੍ਹ ਨਹੀਂ ਸਕਦੇ ਸੁਣ ਸਕਦੇ ਹਾਂ, ਸਤਨਾਮ ਵਾਹਿਗੁਰੂ ਜਪ ਸਕਦੇ ਹਾਂ। ਅਤੇ ਉਹਨਾਂ ਤੋਂ ਇਹ ਫਾਰਸੀ ਦੀ ਲਗਨ ਲੱਗ ਗਈ, ਧਰਮ ਦੀ ਰੁਚੀ ਬਣ ਗਈ ਗੁਰਮੁਖਾਂ ਦੇ ਆਸਰੇ। ਅਤੇ ਪਹਿਲਾਂ ਮੈਂ ਪਿੰਡ ਰੰਬੇਰਪੁਰਾ ਗ੍ਰੰਥੀ 7 ਸਾਲ ਰਿਹਾ, ਉੱਥੇ ਵੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ। ਕੀਰਤਨ ਦਾਤ ਜੋ ਮੈਂ ਆਪਣੇ ਮਾਮੇ ਤੋਂ, ਜੋ ਮਾਸਟਰ ਓਂਕਾਰ ਸਿੰਘ ਦੇ ਸੁਪੁੱਤਰ ਸਰਦਾਰ ਭੁਪਿੰਦਰ ਸਿੰਘ, ਉਹਨਾਂ ਤੋਂ ਸਿੱਖੀ ਕੀਰਤਨ ਦਾਤ। ਔਰ ਫਿਰ ਜਦੋਂ ਮੈਂ ਰੰਬੇਰਪੁਰਾ ਗੁਰਦੁਆਰਾ ਸਾਹਿਬ ਵਿੱਚ ਗਿਆ, ਹੈਡ ਗ੍ਰੰਥੀ ਦੇ ਤੌਰ 'ਤੇ ਉੱਥੇ ਕੰਮ ਕੀਤਾ। ਫਿਰ ਕੀਰਤਨ ਵੀ ਮੈਂ ਕਰਦਾ ਸੀ, ਵਿਚਾਰਾਂ ਵੀ ਕਰਦਾ ਸੀ ਸੰਗਤ ਵਿੱਚ, ਔਰ ਗੁਰੂ ਦੀ ਸੇਵਾ ਵੀ ਕੀਤੀ। ਫਿਰ ਉਸ ਤੋਂ ਬਾਅਦ 5 ਸਾਲ ਪਿੰਡ ਹੋਟਾਮਾੜਾ ਹੈ ਜੋ ਡਿਸਟ੍ਰਿਕਟ ਅੰਮ੍ਰਿਤਸਰ ਵਿੱਚ ਹੈ, ਉੱਥੇ ਮੈਂ ਬੱਚਿਆਂ ਨੂੰ ਜਿੱਥੇ ਦੁਨਿਆਵੀ ਤਾਲੀਮ ਸਿਖਾਈ, ਉੱਥੇ ਕੀਰਤਨ, ਉੱਥੇ ਬਾਣੀ ਦੇ ਨਾਮ ਦੇ ਨਾਲ ਵੀ ਜੋੜਿਆ ਉਹਨਾਂ ਨੂੰ। 5 ਸਾਲ ਮੈਂ ਉੱਥੇ ਇਹ ਸੇਵਾ ਕੀਤੀ। ਉਸ ਤੋਂ ਬਾਅਦ ਮੈਂ HMT ਗੁਰਦੁਆਰਾ ਸਾਹਿਬ ਘੱਟ ਤੋਂ ਘੱਟ 8-9 ਮਹੀਨੇ ਉੱਥੇ ਵੀ ਮੈਂ ਹੈਡ ਗ੍ਰੰਥੀ ਦੇ ਤੌਰ 'ਤੇ ਸੇਵਾ ਕੀਤੀ। ਕੀਰਤਨ ਵੀ ਕਰਦਾ ਰਿਹਾ, ਵਿਚਾਰਾਂ ਵੀ ਦਰਸਾਉਂਦਾ ਰਿਹਾ, ਅਤੇ ਉੱਥੇ ਲੋਕਾਂ ਨੂੰ ਵੀ ਪੜ੍ਹਾਈ ਦਿੱਤੀ। ਜਿਹੜੇ ਛੋਟੇ ਵੱਡੇ ਬਜ਼ੁਰਗ ਸਨ ਸਾਰਿਆਂ ਨੂੰ ਗੁਰਬਾਣੀ ਨਾਲ ਜੋੜਿਆ, ਗੁਰਬਾਣੀ ਪੜ੍ਹਾਈ ਸਿਖਾਈ। ਰੰਬੇਰਪੁਰਾ ਪਿੰਡ ਵੀ, ਉੱਥੇ ਵੀ ਸਾਰਿਆਂ ਨੂੰ ਗੁਰਬਾਣੀ ਪੜ੍ਹਾਈ, ਕੀਰਤਨ ਸਿਖਾਇਆ, ਬਾਣੀ ਨਾਲ ਜੋੜਿਆ। ਹੋਟਮਾੜਾ ਪਿੰਡ ਵਿੱਚ ਵੀ। ਉਸ ਤੋਂ ਬਾਅਦ ਮੈਂ 2005 ਵਿੱਚ ਗੁਰਦੁਆਰਾ ਛੱਟੀ ਪਾਤਸ਼ਾਹੀ ਰਹਿਣਾ ਵਾਲੀ ਸ਼੍ਰੀਨਗਰ ਵਿੱਚ ਹੈਡ ਗ੍ਰੰਥੀ ਦੇ ਅਹੁਦੇ 'ਤੇ ਫਾਇਜ਼ ਹੋ ਗਿਆ। ਅੱਜ ਤੱਕ ਉੱਥੇ ਮੈਂ ਸੇਵਾ ਨਿਭਾ ਰਿਹਾ ਹਾਂ। ਇਸੀ ਮੇਰੇ ਅੱਜ ਤੱਕ ਜੀਵਨ ਵਿੱਚ ਮੈਂ ਕਿਤੇ ਕਿਤੇ ਯਾਨੀ ਦੁਨਿਆਵੀ ਤਾਲੀਮ ਤੋਂ ਬਾਅਦ ਅਧਿਆਤਮਿਕ ਰੂਹਾਨੀ ਤਾਲੀਮ ਆਪ ਕਮਾਈ ਹੈ, ਔਰ ਹੋਰਨਾਂ ਨੂੰ ਵੀ ਪ੍ਰੇਰਿਆ ਹੈ, ਹੋਰਨਾਂ ਨੂੰ ਵੀ ਰੂਹਾਨੀ ਤਾਲੀਮ ਵਾਸਤੇ, ਗੁਰਬਾਣੀ ਵਾਸਤੇ, ਸਿਮਰਨ ਵਾਸਤੇ ਪ੍ਰੇਰਨਾ ਕੀਤੀ ਹੈ। ਸਾਧ ਸੰਗਤ ਜੀ, ਜਿੱਦਾਂ ਕਿ ਆਪ ਜੀ ਨੇ ਭਾਈ ਸਾਹਿਬ ਪਾਸੋਂ ਉਹਨਾਂ ਦੇ ਜੀਵਨ ਬਾਰੇ, ਕਿੱਥੇ ਉਹਨਾਂ ਦੀ ਐਜੂਕੇਸ਼ਨ, ਫਿਰ ਉਸ ਤੋਂ ਬਾਅਦ ਉਹਨਾਂ ਦੇ ਕਿੱਥੇ ਕਿੱਥੇ ਵਰਕ ਜਿਨ੍ਹਾਂ ਨੇ ਭਾਈ ਸਾਹਿਬ ਨੇ ਜਿੱਥੇ ਜਿੱਥੇ ਕੰਮ ਕੀਤਾ। ਸਾਧ ਸੰਗਤ ਜੀ, ਭਾਈ ਸਾਹਿਬ ਜੀ ਅੱਜ ਪ੍ਰੈਜ਼ੈਂਟਲੀ ਭਾਈ ਸਾਹਿਬ ਜੀ ਨੇ ਜਿੱਦਾਂ ਤੁਹਾਨੂੰ ਦੱਸ ਦਿੱਤਾ ਹੈ ਕਿ ਭਾਈ ਸਾਹਿਬ ਜੀ ਹੈਡ ਗ੍ਰੰਥੀ ਨਰੈਣਾ ਵਾਰੀ। ਭਾਈ ਸਾਹਿਬ ਜੀ ਨੂੰ 10 ਸਾਲ, ਭਾਈ ਸਾਹਿਬ ਜੀ ਕਿੰਨੇ ਹੋ ਗਏ? 16.5 ਸਾਲ ਭਾਈ ਸਾਹਿਬ ਜੀ ਨਰੈਣਾ ਵਾਰੀ ਛੱਟੀ ਪਾਤਸ਼ਾਹੀ ਐਜ਼ ਏ ਹੈਡ ਗ੍ਰੰਥੀ ਹੋ ਗਏ ਹਨ। ਭਾਈ ਸਾਹਿਬ ਜੀ, ਅੱਜ ਕੱਲ੍ਹ ਦੀ ਜਿਹੜੀ ਯੰਗ ਜਨਰੇਸ਼ਨ, ਸਾਡੀ ਯੰਗ ਯੂਥ, ਸਿੱਖ ਕਮਿਊਨਿਟੀ ਐਸਪੈਸ਼ਲੀ, ਆਪਾਂ ਕਸ਼ਮੀਰ 'ਚ ਮਾਈਨੋਰਟੀ ਕਮਿਊਨਿਟੀ ਹਾਂ। ਭਾਈ ਸਾਹਿਬ ਜੀ, ਆਪ ਜੀ ਦਾ ਸੰਦੇਸ਼ ਯੰਗ ਯੂਥ
ਵਾਸਤੇ ਕੀ ਹੈ, ਸਿੱਖ ਕਮਿਊਨਿਟੀ ਵਾਸਤੇ ਆਪ ਜੀ ਦੀ ਮੈਸੇਜ ਕੀ ਹੈ, ਉਹਨਾਂ ਬਾਰੇ ਤੁਹਾਡੇ ਅਨਮੋਲ ਬਚਨ ਇਹ ਸਾਧ ਸੰਗਤ ਜੀ ਨੂੰ ਆਪ ਜੀ ਕਹਿਣਾ ਚਾਹੁੰਦੇ ਹੋ? ਮੈਂ ਉਹਦੇ ਚਰਨਾਂ ਵਿੱਚ ਬੇਨਤੀ ਕਰਨਾ ਚਾਹੁੰਦਾ ਹੈ ਕਿ ਦੁਨਿਆਵੀ ਤਾਲੀਮ ਹਾਸਲ ਕਰਨ ਚੰਗੀ ਤਰ੍ਹਾਂ ਦੀ, ਅਤੇ ਉੱਥੇ ਨਾਲ ਫਿਰ ਗੁਰਬਾਣੀ ਕੀਰਤਨ, ਗੁਰਬਾਣੀ ਨਾਲ ਜੁੜਨ, ਹੋਰਾਂ ਨੂੰ ਵੀ ਜੋੜਨ, ਕੀਰਤਨ ਕਰਨ ਅਤੇ ਹੋਰਾਂ ਨੂੰ ਸਿਖਾਉਣ। ਦੋਵੇਂ ਪੱਖ, ਸਮਾਜਿਕ ਅਧਿਆਤਮਿਕ ਪੱਖ ਜਿਹੜੇ ਹਨ, ਇਹ ਚੜ੍ਹਦੀ ਕਲਾ ਵਿੱਚ ਰਹਿਣਗੇ, ਕਿਉਂਕਿ ਬਾਣੀ ਉਹਨਾਂ ਨੂੰ ਵਿਕਾਰਾਂ ਤੋਂ ਬਚਾਏਗੀ, ਉਹਦਾ ਚੜ੍ਹਦੀ ਕਲਾ ਵੱਲ ਜੀਵਨ ਬਣੇਗਾ ਅਤੇ ਦੁਨਿਆਵੀ ਤਾਲੀਮ ਉਹਨਾਂ ਨੂੰ ਵੱਡੇ ਰੁਤਬੇ ਬਖਸ਼ੇਗੀ। ਉਹ ਜਦੋਂ ਗੁਰਬਾਣੀ ਨਾਲ ਜੁੜਨਗੇ, ਉਹਦੇ ਦੋ ਕੰਮ ਰਹਿਣਗੇ, ਇੱਕ ਸਕੂਲ ਅਤੇ ਇੱਕ ਗੁਰਦੁਆਰਾ। ਸਕੂਲ ਵਿੱਚ ਸਮਾਜਿਕ ਤਾਲੀਮ ਵਿੱਚ ਚੜ੍ਹਦੀ ਕਲਾ ਹਾਸਲ ਕਰਨਗੇ ਅਤੇ ਗੁਰਦੁਆਰਾ ਸਾਹਿਬ ਵਿੱਚ ਬਾਣੀ ਦੇ ਆਸਰੇ ਉਹ ਚੜ੍ਹਦੀ ਕਲਾ ਵਿੱਚ, ਰੂਹਾਨੀਅਤ ਵਿੱਚ ਹਮੇਸ਼ਾ ਚੰਗੀ ਸੋਚਣੀ ਹੋਵੇਗੀ। ਸਰਬਤ ਦਾ ਪਾਲੇ ਵਾਸਤੇ ਉਹ ਤਤਪਰ ਰਹਿਣਗੇ, ਲੇਕਿਨ ਬੁਰਾ ਕਦੇ ਨਹੀਂ ਸੋਚਣਗੇ, ਕਿਉਂਕਿ ਗੁਰਬਾਣੀ ਮਨੁੱਖ ਨੂੰ ਸਹੀ ਜੀਵਨ ਬਖਸ਼ਿਸ਼ ਕਰਦੀ ਹੈ। ਪਰ ਕਾ ਬੁਰਾ ਨ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਗੁਰੂ ਨਾਨਕ ਸਾਹਿਬ ਨੇ ਸਰਬਤ ਦਾ ਪਾਲਾ ਮੰਗਿਆ ਹੈ, ਸੋ ਗੁਰਬਾਣੀ ਦੇ ਆਸਰੇ ਗੁਰੂ ਕਾ ਸਿੱਖ ਅਰਦਾਸ ਪੂਰੀ ਹੁੰਦੀ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ ਪਾਓ। ਅਰਦਾਸ ਸੰਪੂਰਨ ਹੁੰਦੀ ਹੈ ਸਰਬਤ ਦਾ ਪਾਲਾ ਮੰਗ ਕੇ ਹੀ। ਸੋ ਸਰਬਤ ਦੇ ਪਾਲੇ ਵਾਸਤੇ ਉਹ ਹਮੇਸ਼ਾ ਤਤਪਰ ਰਹਿਣਗੇ। ਜੀ ਭਾਈ ਸਾਹਿਬ ਜੀ, ਸਾਧ ਸੰਗਤ ਜੀ, ਜਿੱਦਾਂ ਕਿ ਆਪ ਜੀ ਨੇ ਭਾਈ ਸਾਹਿਬ ਦੀ ਮੈਸੇਜ ਜਿਹੜੀ ਨੇ ਕਿ ਇਹਨਾਂ ਨੇ ਯੰਗ ਯੂਥ ਨੂੰ ਦਿੱਤੀ ਹੈ, ਕਿ ਮੈਸੇਜ ਕੀ ਸੀ? ਭਾਈ ਸਾਹਿਬ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ, ਭਾਈ ਸਾਹਿਬ ਜੀ ਦੀ ਯੰਗ ਯੂਥ ਵਾਸਤੇ ਮੈਸੇਜ ਕੀ ਹੈ ਕਿ ਜਿਹੜੇ ਸਾਡੇ ਬੱਚੇ ਹਨ, ਅੱਜ ਕੱਲ੍ਹ ਦਾ ਪ੍ਰੈਜ਼ੈਂਟ ਸਿਚੁਏਸ਼ਨ ਕੀ ਹੈ ਸਾਡੇ ਕਸ਼ਮੀਰ ਵੈਲੀ 'ਚ, ਨਹੀਂ ਸਾਰੀਆਂ ਜਗ੍ਹਾ 'ਤੇ, ਕੀ ਹੈ ਉਹਨਾਂ ਦਾ, ਕਿ ਅੱਜ ਕੱਲ੍ਹ ਦੇ ਜਿਹੜੇ ਸਾਡੇ ਯੰਗ ਯੂਥ, ਜਿਹੜੇ ਉਹਨਾਂ ਦੇ ਮਾਤਾ ਪਿਤਾ ਹਨ, ਉਹਨੇ ਜਿੱਦਾਂ ਕਿ ਆਪ ਜੀ ਨੇ ਭਾਈ ਸਾਹਿਬ ਜੀ ਦੀ ਰਸਨਾ ਤੋਂ ਵੀ ਸਰਵਣ ਕੀਤਾ ਹੈ, ਉਹਨੇ ਕਹਿ ਰਹੇ ਨੇ ਕਿ ਸਾਡੇ ਬੱਚੇ ਸਿਰਫ ਐਜੂਕੇਸ਼ਨ ਹਾਸਲ ਕਰਨ, ਮਤਲਬ ਗੁਰਦੁਆਰਾ ਸਾਹਿਬ ਜਿਹੜੀ ਸਾਡੀ ਰਿਲੀਜੀਅਸ ਨੌਲੇਜ ਹੈ ਬੱਚਿਆਂ ਨੂੰ ਨਹੀਂ ਦਿੰਦੇ। ਭਾਈ ਸਾਹਿਬ ਜੀ ਨੇ ਫਸਟ ਪ੍ਰਾਇਓਰਿਟੀ ਉਸ ਚੀਜ਼ ਨੂੰ ਦਿੱਤੀ ਹੈ ਕਿ ਆਪ ਜੀ ਆਪਣੇ ਬੱਚਿਆਂ ਨੂੰ ਦੋਵੇਂ ਪੱਖ, ਇੱਕ ਰਿਲੀਜੀਅਸ ਨੌਲੇਜ ਐਜ਼ ਵੈਲ ਐਜ਼ ਐਜੂਕੇਸ਼ਨ ਜਿਹੜੀ ਹੈ, ਦੁਨਿਆਵੀ ਐਜੂਕੇਸ਼ਨ, ਤਾਂ ਕਿ ਜਿਹੜਾ ਬੱਚਾ ਐਜੂਕੇਸ਼ਨ ਹਾਸਲ ਕਰੇਗਾ, ਕੱਲ੍ਹ ਉਹ ਬੱਚਾ ਕਿਸੇ ਵੱਡੀ ਪੋਸਟ 'ਤੇ ਕੋਈ ਅਫਸਰ ਬਣੇਗਾ, ਨਾਲ ਉਹ ਗੁਰਸਿੱਖੀ ਹੋਵੇਗਾ, ਉਹਨੂੰ ਦੋਵੇਂ ਚੀਜ਼ਾਂ ਦੇ ਬਾਰੇ ਪਤਾ ਹੋਏਗੀ। ਭਾਈ ਸਾਹਿਬ ਜੀ, ਆਪ ਜੀ ਦਾ ਧੰਨਵਾਦ, ਆਪ ਜੀ ਨੇ ਟਾਈਮ ਕੱਢਿਆ ਗੁਰਬਾਣੀ ਕੀਰਤਨ ਫੈਨਸ 'ਤੇ। ਭਾਈ ਸਾਹਿਬ ਜੀ, ਹੁਣ ਲਾਸਟ ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਣਾ ਚਾਹੁੰਦਾ, ਅੱਜ ਕੱਲ੍ਹ ਦਾ ਜਿਹੜੇ ਲਾਸਟ ਈਅਰ ਤੋਂ ਕੋਵਿਡ-19, ਜਿੱਦਾਂ ਕਿ ਆਪ ਜੀ ਜਾਣੋ ਕਿ ਸਾਰੇ ਸੰਸਾਰ 'ਚ ਹਾਹਾਕਾਰ ਮੱਚੀ ਇਸ ਬਿਮਾਰੀ ਨੇ, ਕੋਵਿਡ-19 ਨੇ, ਤੁਹਾਡਾ ਮੈਸੇਜ ਸਾਰੀ ਲੋਕਾਈ ਵਾਸਤੇ ਕੋਵਿਡ-19 ਦੇ ਬਾਰੇ ਤੁਸੀਂ ਆਪਣੇ ਕੀ ਕਹਿਣਾ ਚਾਹੁੰਦੇ ਹੋ ਸਾਧ ਸੰਗਤ ਜੀ ਨੂੰ? ਕੋਵਿਡ-19 ਕਿ ਮਤਲਬ ਕਿੱਦਾਂ ਇਹਦੇ ਤੋਂ ਬਚਾਓ, ਕੀ ਕਰਨਾ ਚਾਹੀਦਾ? ਇਸ ਵਕਤ ਮਨੁੱਖ ਨੂੰ ਸ਼ਕਤੀ ਦਾ ਪੁਜਾਰੀ ਬਣਨਾ ਹੈ, ਸ਼ਕਤੀ ਦਾ ਮਾਲਕ ਅਕਾਲ ਪੁਰਖ ਹੈ, ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੈ। ਅਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਇਬਾਦਤ ਕਰਨੀ ਹੈ, ਉੱਠਣਾ, ਇਸ਼ਨਾਨ ਪਾਣੀ ਕਰਨਾ, ਭਜਨ ਬੰਦਗੀ ਕਰਨੀ ਹੈ, ਸਾਡਾ ਮਨ ਤਨ ਅਰੋਗ ਹੋ ਜਾਏਗਾ। ਨਿਰਭਉ ਜਪੈ ਸਗਲ ਭਉ ਮਿਟੈ। ਇਸ ਤੋਂ ਜਿਹੜਾ ਖੌਫ ਡਰ ਹੈ ਉਹ ਸਭ ਦੂਰ ਕਰਨਾ ਹੈ। ਉਹ ਤਾਂ ਹੋਏਗਾ ਜੇ ਅਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਨਾਮ ਸਿਮਰਾਂਗੇ, ਬਾਣੀ ਪੜ੍ਹਾਂ ਸੁਣਾਂਗੇ, ਸੇਵਾ ਕਰਾਂਗੇ, ਅਤੇ ਇਹਤਿਆਤ ਵਰਤਣੀ ਹੈ, ਹੱਥ ਧੋਣੇ ਹੈ, ਮਾਸਕ ਬਣਨਾ ਹੈ, ਸੈਨੀਟਾਈਜ਼ ਕਰਨੇ ਹਨ ਹੱਥ, ਡਰਨਾ ਨਹੀਂ, ਕਿਉਂਕਿ ਔਰ ਤਤਪਰ ਰਹਿਣਾ ਹੈ ਸਰਬਤ ਦੇ ਪਾਲੇ ਲਈ। ਇਸ ਬਿਮਾਰੀ ਜਾਂ ਨਾਗਾਨੀ ਆਫਾਤਨ ਇਸ ਦਾ ਤਦੋਰਾ ਕਰਨਾ ਹੈ, ਬਸ ਅਸੀਂ ਮਿਲ ਕੇ ਸਾਰੀ। ਭਾਈ ਸਾਹਿਬ ਜੀ, ਆਪ ਜੀ ਦਾ ਧੰਨਵਾਦ, ਆਪ ਜੀ ਨੇ ਸਾਡੇ ਗੁਰਬਾਣੀ ਕੀਰਤਨ ਫੈਨਸ ਚੈਨਲ 'ਤੇ ਟਾਈਮ ਕੱਢਿਆ, ਸਾਧ ਸੰਗਤ ਜੀ ਨੂੰ ਆਪਣੇ ਜੀਵਨ ਬਾਰੇ, ਐਜੂਕੇਸ਼ਨ, ਤਮਾਮ ਚੀਜ਼ਾਂ ਆਪ ਜੀ ਨੇ ਦੱਸਿਆ। ਐਸਪੈਸ਼ਲੀ ਆਪ ਜੀ ਨੇ ਯੰਗ ਯੂਥ ਵਾਸਤੇ ਮੈਸੇਜ ਦਿੱਤੀ ਹੈ, ਉਹ ਵੀ ਮੈਂ ਕਹਿੰਦਾ ਕਿ ਸਾਰੀ ਸਾਧ ਸੰਗਤ ਜੀ ਸਰਵਣ ਕਰਨਗੇ, ਉਹਦੇ 'ਤੇ ਅਮਲ ਵੀ ਕਰਨਗੇ। ਭਾਈ ਸਾਹਿਬ ਜੀ, ਹੁਣ ਆਪਾਂ ਟਾਈਮ ਜ਼ਿਆਦਾ ਹੋ ਚੁੱਕਿਆ ਹੈ, ਮੈਂ ਹੁਣ ਸਾਧ ਸੰਗਤ ਜੀ ਕੋਲੋਂ ਸਾਰਿਆਂ ਨੂੰ ਫਤਿਹ ਬੁਲਾਉਂਦਾ। ਭਾਈ ਸਾਹਿਬ ਜੀ, ਤੁਹਾਡਾ ਇੱਕ ਵਾਰੀ ਮੁੜ ਮੈਂ ਫਿਰ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਬਦੂ
ਵੱਡੇ ਪਹਾੜ ਗੁਰਸਿੱਖਾਂ ਕੇ ਸਾਬਦੂ ਵੱਡੇ ਪਹਾੜ ਗੁਰਸਿੱਖਾਂ ਕੇ ਜੋ ਗੁਰਚਰਣੀ ਸਿੱਖ ਪੜਤ ਆ ਗੁਰਚਰਣੀ ਸਿੱਖ ਪੜਤ ਆ ਜੋ ਗੁਰਚਰਣੀ ਸਿੱਖ ਪੜਤ ਆ ਜੋ ਗੁਰਚਰਣੀ ਸਿੱਖ ਪੜਤ ਆ ਸਾਬਦੂ ਵੱਡੇ ਪਹਾੜ ਗੁਰਸਿੱਖਾਂ ਕੇ ਸਾਬਦੂ ਜੋ ਗੁਰਚਰਣੀ ਸਿੱਖ ਪੜਤ ਆ 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 ਸਾਬਦੂ ਵੱਡੇ ਪਹਾੜ ਗੁਰਸਿੱਖਾਂ ਕੇ ਤਨ ਤਨ ਭਾਗ ਤਿਨਾ ਭਗਤ ਜਨਾ ਭਗਤ ਜਨਾ ਤਨ ਤਨ ਭਾਗ ਤਿਨਾ ਭਗਤ ਜਨਾ ਭਗਤ ਜਨਾ ਜੋ ਹਰ ਨਾਮਾ ਮੁਖ ਕਹਿ ਦਿਆ ਜੋ ਹਰ ਨਾਮਾ ਮੁਖ ਕਹਿ ਦਿਆ ਜੋ ਹਰ ਨਾਮਾ ਹਰ ਮੁਖ ਕਹਿ ਦਿਆ ਜੋ ਹਰ ਨਾਮਾ ਹਰ ਮੁਖ ਕਹਿ ਦਿਆ ਜੋ ਹਰ ਨਾਮਾ ਹਰ ਮੁਖ ਕਹਿ ਦਿਆ ਸਾਬਦੂ ਵੱਡੇ ਪਹਾੜ ਗੁਰਸਿੱਖਾਂ ਕੇ ਸਾਬਦੂ ਜੋ ਗੁਰਚਰਣੀ ਸਿੱਖ ਪੜਤ ਆ ਜੋ ਗੁਰਚਰਣੀ ਸਿੱਖ ਪੜਤ ਆ ਜੋ ਗੁਰਚਰਣੀ ਸਿੱਖ ਪੜਤ ਆ ਜੋ ਗੁਰਚਰਣੀ ਪੜਤ ਆ ਸਾਬਦੂ ਵੱਡੇ ਪਹਾੜ ਗੁਰਸਿੱਖਾਂ ਕੇ ਸਾਬਦੂ ਤਨ ਤਨ ਭਾਗ ਤਿਨਾ ਸੰਤ ਜਨਾ ਸੰਤ ਜਨਾ ਤਨ ਤਨ ਭਾਗ ਤਿਨਾ ਸੰਤ ਜਨਾ ਸੰਤ ਜਨਾ ਜੋ ਹਰ ਜਸ ਸ਼੍ਰਵਣੀ ਸੁਣਦਿਆ 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 ਸਾਬਦੂ ਵੱਡੇ ਪਹਾੜ ਗੁਰਸਿੱਖਾਂ ਕੇ ਸਾਬਦੂ ਜੋ ਗੁਰਚਰਣੀ ਸਿੱਖ ਪੜਤ ਆ ਜੋ ਗੁਰਚਰਣੀ ਪੜਤ ਆ ਜੋ ਗੁਰਚਰਣੀ ਸਿੱਖ ਪੜਤ ਆ ਜੋ ਗੁਰਚਰਣੀ ਸਿੱਖ ਪੜਤ ਆ ਸਾਬਦੂ ਵੱਡੇ ਪਹਾੜ ਗੁਰਸਿੱਖਾਂ ਕੇ
साजना साजना जो हर कीर्तन गाए गुणी जन बन दिया 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 सब सिख पढ़ दिया जो गुरचरणी सिख पढ़ दिया सब बड़े बाग सिखोगे सब बड़े बाग सिखोगे तन तन पाग तिना गुरुमुखा गुरुमुखा तन तन पाग तिना गुरुमुखा गुरुमुखा जो गुर सिखलै मन जिण दिया 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 सब बड़े बाग सिख के जो गुरचरणी सिख पढ़ दिया जो गुरचरणी सिख गुरचरणी सिख पढ़ दिया जो गुरचरणी सिख पढ़ दिया सब बाग सिख के सब बड़े बाग सिख के जो गुरचरणी सिख पढ़ दिया जो गुरचरणी सिख पढ़ दिया जो गुरचरणी सिख पढ़ दिया जो गुरचरणी सिख